ਭਗਤ ਰਵਿਦਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕਿ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ-ਕੋਣਾ ਸਰਸ਼ਾਰ ਹੋਇਆ ਸੀ। ਹਰ ਪਾਸੇ ਭਗਤੀ ਲਹਿਰ, ਹਰ ਪਾਸੇ ਭਗਤ ਭਾਵਨਾ ਵਿੱਚ ਡੁੱਬੇ ਹੋਏ ਮਹਾਂਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਹੈ, ਵੈਸੇ ਤਾਂ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁੱਗ ਦੇ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹੇ ਨੇ, ਸੰਤ ਹੁੰਦੇ ਰਹੇ ਨੇ, ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ, ਜਿਸ ਦੇ ਵਿੱਚ ਚੌਂ ਦਿਸ਼ਾਵਾਂ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ। ਉਸੇ ਭਗਤੀ ਕਾਲ ਦੇ ਵਿੱਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਿਕ ਤੌਰ 'ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ 'ਤੇ ਉੱਚਾ ਕੀਤਾ, ਜੀਵਨ ਦੀ ਜਾਂਚ ਦੱਸੀ। ਰਵਿਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ। ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ, ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ, ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ। ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ, ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ, ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ, ਵਾਸਤਵਿਕ ਚਮਾਰ ਤੇ ਉਹੀ ਹੈ, ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ, ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ। ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ। ਚਮੜੇ ਦਾ ਕੰਮ ਕਰਦਿਆਂ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ, ਇਹ ਕੋਈ ਭਗਤ ਰਵਿਦਾਸ ਜੀ ਮਹਾਰਾਜ ਤੋਂ ਸਿੱਖੇ। ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ। ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿਅਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ, ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ, ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ, ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪ੍ਰਫੁੱਲਤ ਹੋਇਆ। ਦਰਅਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ, ਬਸ ਉਹ ਗੀਤ ਰਾਹੀਂ, ਸੰਗੀਤ ਰਾਹੀਂ। ਸੰਗੀਤ ਔਰ ਗੀਤ ਪ੍ਰਮਾਤਮਾ ਦੇ ਬਹੁਤ ਨਿਕਟ ਹੈ, ਬਹੁਤ ਨਿਕਟ ਹੈ। ਸੰਗੀਤ ਇੱਕ ਕਲਾ ਹੈ, ਗੀਤ ਇੱਕ ਕਲਾ ਹੈ, ਤੇ ਪ੍ਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ। ਐਸਾ ਮਹਾਨ ਕਲਾਕਾਰ ਕਿ ਉਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਕ ਨਿੱਕਾ ਜਿਹਾ ਬੀਜ ਧਰਤੀ ਦੇ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ, ਕੋਮਲ ਰੂਪ ਉਸਦਾ ਧਰਤੀ ਤੋਂ ਬਾਹਰ ਨਿਕਲਦਾ ਹੈ, ਸਹਿਜੇ ਸਹਿਜੇ ਵਿਕਸਿਤ ਹੁੰਦਾ ਹੈ, ਸ਼ਾਖਾਂ ਪੱਤੇ, ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ, ਫਲ ਲੱਗਦੇ ਨੇ। ਇਹ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾਂ ਰਹਿ ਨਹੀਂ ਸਕਦਾ ਮਨੁੱਖ ਅਧਿਆਤਮਵਾਸੀ। ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ, ਸਾਗਰ ਦੇ ਚੋਂ ਭਾਪ ਉੱਠਦੀ ਹੈ, ਉਮੜ ਉਮੜ ਕੇ ਉਹ ਚਾਰੋਂ ਪਾਸੇ ਬਰਸਦੀ ਹੈ। ਇਹ ਇੱਕ ਮਹਾਨ ਕਲਾ ਹੈ। ਪਹਾੜਾਂ ਦੇ 'ਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ, ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਅਸਲ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ। ਕਦੀ ਕਦੀ ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਔਰ ਲੇਖਕ ਲੋਕ ਆਪਣੀ ਕਲਾ ਦੀ ਖਾਸ ਰੂਪ ਦੇ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ, ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ, ਹਰ ਥਾਂ ਤੇ ਹੋ ਰਹੀ ਹੈ। ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ। ਚਾਹੇ ਆਸਮਾਨ ਤੇ ਝਾਤ ਮਾਰੀਏ, ਚਾਹੇ ਸਾਗਰ ਤੇ ਨਿਗਾਹ ਮਾਰੀਏ, ਚਾਹੇ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ, ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ, ਚਾਹੇ ਪਸ਼ੂਆਂ ਨੂੰ ਵੇਖੀਏ, ਪਕਸ਼ੀਆਂ ਨੂੰ ਵੇਖੀਏ, ਬਨਸਪਤੀ ਨੂੰ ਵੇਖੀਏ, ਹਰ ਥਾਂ ਤੇ ਉਸ ਦੀ ਕਲਾ ਉਜਾਗਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਦੇ ਵਿੱਚ ਉਹ ਨਿਪੁੰਨ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ, ਤੂੰ ਸਰਬ ਕਲਾ ਕਾ ਗਿਆਤਾ। ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ, ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ ਔਰ
ਮੋਏ ਹੋਏ ਢੋਰਾਂ ਦੀ ਖੱਲ ਲਾਣੇ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ? ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ, ਅੰਦਰੋਂ ਪਰਮਾਤਮਾ ਬੋਲ ਰਿਹਾ ਹੈ, ਇਹ ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਦੇ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛੀਂਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛੀਂਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ ਹੈ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ ਹੈ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ। ਕਿਸੇ ਮੁਲਕ ਦੇ ਇਹ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਅੰਦੋ ਨਾਹੀ ਤੈ ਠਾਉ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ। ਤੋ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ, ਜਦ ਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ। ਹਰ ਬੰਦਾ ਪੀੜਾ ਤੇ ਆਹ ਹੌਕਿਆਂ ਦੇ 'ਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ हैं हम करवटें हर सू बदलते हैं, जो जल जाता है ये पहलू तो वो पहलू बदलते हैं। इतनी दुख है, इतनी पीड़ा है, इतना कलेश है। इस दुख भरे वातावरण ਦੇ 'ਚ, ਇਸ ਕਲੇਸ਼ ਭਰੇ ਸੰਸਾਰ ਦੇ 'ਚ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ। ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ ਕਿ ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ
ਤੇ ਹਰ ਬੰਦਾ ਚਿੰਤਾ ਦੇ 'ਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਫਰਮਾਨ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ। ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ, ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਦੇ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਦੇ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੇ ਚਿੰਤਾ, ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਦੇ 'ਚ ਜੀ ਰਿਹਾ ਹੈ। ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ, ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਦੇ 'ਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਦੇ 'ਚ ਦੇਖਾਂਗੇ ਤੇ ਨਹੀਂ ਮਿਲੇਗਾ। ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ रो रहा है सो रो रहेगा, सकूने कल्ब से खुदा खुदा कर, जो कुछ के होना है सो हो रहेगा। तू अपना सकूने कल्ब नाश ना कर, जो कुछ होना है वो तेरे कीतियां टलना नहीं, रुकना नहीं। हाँ, तू इतना ही कर सकता है कि जो कुछ होना है इनू खिड़े मत्थे तस्लीम कर ले, जो कुछ होना है इनू खिड़े मत्थे प्रवान कर ले, जो कुछ होना है उन्होंने अपनी झोली दे पा ले। तो रविदास कहते ने, जिस शहर का मैं वासी उत्थे चिंता नहीं है, ना तशवीश, खिराज ना माल खिराज, टैक्स। दुनिया दे च रहिंदियां जैसे जैसे बंदे दी धन संपदा वधदी है, माल असबाब वधदा है, तो टैक्स भी वधदा है। तरह तरह के उन्होंने टैक्स भी देने पैंदे, खिराज भी देना पैंदा है। लेकिन रविदास जी महाराज कहते हैं कि संपदा वधदी जा रही है, धन वधदा जा रहा है, परम आनंद वधदा जा रहा है, पर मेरे ते कोई टैक्स नहीं, मेरे ते कोई खराज नहीं किसी प्रकार का भी। हालांकि बैरूनी दुनिया च असीं देखते हैं कि मनुख का सुख वधे, मनुख का आराम वधे, मनुख की दौलत वधे, मनुख की संपदा वधे, तो उहदे नाल यह भी एक चिंता वधदी है, दुख वधदा है कि टैक्स वधेगा, खराज देना पेगा। पर रविदास जी महाराज कहते ना तशवीश, खराज ना माल, जो माल मेरे कोल है उस ते मैनू खराज नहीं देना पैंदा, टैक्स नहीं देना पैंदा। सवाल इत्थे पैदा होंदा है, माल की है? माल ऐसा है, दुनियावी दौलत नाल उसनू खरीदना बहुत ही कठिन है, अत्यंत कठिन है। सोने दियां मोहरां दे के निश्चिंतता खरीदनी बड़ी औखी गल है। सोने दियां मोहरां दे के दया, शील, संजम बाजार दे चों नहीं मिलेगा। संतोख ते सबर ये किसी दुकान तो नहीं मिलेगा, किसी बाजार दे च नहीं मिलेगा। ये ऐसे गुण ने, ऐसा माल असबाब है जो दुनिया दे बाजार दे च नहीं मिलेगा। स्वयं भगत कबीर ने इसनू इस ढंग नाल बयान किया है कि राम पदार्थ पाए के कबीरा गांठ न खोल। ये जड़ा पदार्थ, ये जड़ा माल तू प्राप्त किया है, ऐ कबीर इस पदार्थ की गठड़ी किधरे खोली ना, इस माल असबाब की गठड़ी किधरे खोली ना। क्यों कि ऐसा बैरूनी दुनिया दे कोई बाजार ही नहीं है। राम पदार्थ पाए के कबीरा गांठ ना खोल, नहीं पटन नहीं पार खो, नहीं गाहक नहीं मोल। कोई पटन नहीं है, कोई बाजार नहीं है, कोई ऐसा स्थान नहीं है जिथे बैठ के इस पदार्थ नू वेचिया जा सके। भगत कबीर कहते ने, जे मबा दा इस अमर पदार्थ नू, इस दैवी गुणा की गठड़ी नू मैं दुनिया के बाजार दे खोल भी लवां, जैसे कोई हीरियां नू वेचे उत्थे जिहड़ा कोलियां दा बाजार होवे, कोई सोना वेचण उत्थे चला जाए जिस बाजार दे लोहा बिकदा है, कोई हीरे लाल पन्ने जवाहरात उस थां ते वेचण चला जाए जिथे इट्टां बिकदियां ने।
ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਏਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਨੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ ਹੈ, ਜੋ ਬਾਜ਼ਾਰ ਹੀ ਪੱਥਰਾਂ ਦਾ ਹੈ, ਜੋ ਬਾਜ਼ਾਰ ਹੀ ਲੋਹੇ ਦਾ ਹੈ। ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਦਰਅਸਲ ਦੁਨੀਆ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ, ਸਬਰ ਕਿੱਥੋਂ ਮੰਗੀਏ, ਸੰਤੋਖ ਕਿੱਥੋਂ ਮੰਗੀਏ, ਕਿਹੜੀ ਦੁਕਾਨ ਤੋਂ ਮੰਗੀਏ, ਸੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ। ਇਹ ਦੈਵੀ ਗੁਣਾਂ ਦੀ ਦੌਲਤ, ਇਸ ਦੇ ਕੋਈ ਬਾਜ਼ਾਰ ਨਹੀਂ ਨੇ। ਨਹੀਂ ਪਠਣ ਨਹੀਂ ਪਾਰਖੋ। ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਹੀ ਕਹਿਣੀਆਂ ਪੈਂਦੀਆਂ, ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ, ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ ਪਾਰਖੂ ਹੀ ਨਹੀਂ ਆਉਂਦਾ। ਕਿਉਂਕਿ ਕੋਲਿਆਂ ਦੀ ਮੰਡੀ ਦੇ ਵਿੱਚ ਤੇ ਕੋਲਿਆਂ ਦੇ ਪਾਰਖੂ ਆਣਗੇ, ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ, ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ, ਮਾੜੀ ਹੈ, ਇਮਾਰਤੀ ਹੈ, ਜਲਾਊ ਹੈ। ਲੱਕੜਾਂ ਦੇ ਹੀ ਖਰੀਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ, ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ। ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ। ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ, ਸੰਸਾਰ ਵਿਰੋਧਤਾ ਕਰਦਾ ਰਿਹਾ। ਤਾਂ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ। ਮੈਂ ਬੈਠਾ, ਲੋਕੀ ਕੋਲੇ ਖਰੀਦਦੇ ਪਏ ਨੇ, ਇੱਟਾਂ ਖਰੀਦਦੇ ਪਏ ਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ, ਲੱਕੜਾਂ ਖਰੀਦ ਰਹੇ ਨੇ, ਤੇ ਮੈਂ ਪੋਟਲੀ ਖੋਲ ਕੇ ਬੈਠਾ, ਮੇਰੀ ਤਰਫ ਕੋਈ ਆਉਂਦਾ ਹੀ ਨਹੀਂ, ਕੋਈ ਖਰੀਦਾਰ ਹੀ ਨਹੀਂ, ਕੋਈ ਪਾਰਖੂ ਨਹੀਂ। ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ, ਫਿਰ ਕੋਈ ਖਰੀਦਾਰ ਹੀ ਨਹੀਂ, ਗਾਹਕ ਹੀ ਨਹੀਂ ਹੈ। ਜੋ ਚੀਜ਼ ਮੇਰੇ ਕੋਲ ਹੈ ਇਸ ਦਾ ਕੋਈ ਖਰੀਦਾਰ ਹੀ ਨਹੀਂ ਹੈ। ਦੇਖਣ ਦੇ ਚਾਇਆ ਹੈ ਇੱਕ ਰਾਜਨੀਤਿਕ ਦੇ ਪਿੱਛੇ ਜਿਤਨੀ ਭੀੜ ਚੱਲ ਪੈਂਦੀ ਹੈ, ਇੱਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ, ਅਧਿਆਤਮ ਦਰਸ਼ੀ ਦੀ ਜੀਵਦਿਆਂ ਜੀ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ। ਉਹਦੇ ਬੋਲਾਂ ਨਾਲ, ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ। ਤਾਂ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ। ਤੇ ਜੇ ਮਵਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ, ਲੋਹੇ ਦੇ ਗ੍ਰਾਹਕ ਨੇ, ਕਿਧਰੇ ਇੱਕ ਅਧ ਇਸ ਹੀਰੇ ਦਾ ਗ੍ਰਾਹਕ ਆ ਵੀ ਜਾਏ, ਪਾਰਖੂ ਆ ਵੀ ਜਾਏ, ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ, ਉਹ ਮੁੱਲ ਨਹੀਂ ਉਤਾਰਦਾ। ਸਮਝਤੇ ਹੈ ਇਹ ਹੀਰਾ ਹੈ, ਪਰਖਤੇ ਹੈ ਉਸਨੂੰ, ਔਰ ਉਹ ਖਰੀਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ। ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਹੈ? ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਹੀ ਉਸ ਦਾ ਮੁੱਲ ਹੈ। ਆਪਣਾ ਮਨ ਭੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ, ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰ ਹੀ ਨਹੀਂ। ਇਸ ਵਾਸਤੇ ਖਰੀਦਾਰ ਹੁੰਦਿਆਂ ਹੋਇਆਂ ਵੀ, ਪਾਰਖੂ ਹੁੰਦਿਆਂ ਹੋਇਆਂ ਵੀ, ਸੂਝ ਸਮਝ ਰੱਖਦਿਆਂ ਹੋਇਆਂ ਵੀ ਕਈ ਮਨੁੱਖ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ, ਕਿਉਂਕਿ ਮੁੱਲ ਨਹੀਂ ਉਤਾਰਦੇ, ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤਾਂ ਆਮ ਇਹਨਾਂ ਬ੍ਰਹਮ ਗਿਆਨੀਆਂ ਨੂੰ, ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਰਾਜ ਨਾ ਮਾਲ। ਮਾਲ ਮੇਰਾ ਵੱਧਦਾ ਜਾ ਰਿਹਾ ਹੈ, ਧਨ ਪਦਾਰਥ ਮੇਰਾ ਵੱਧਦਾ ਜਾ ਰਿਹਾ ਹੈ, ਪਰ ਇਸ ਤੇ ਮੈਨੂੰ ਕੋਈ ਖਰਾਜ ਨਹੀਂ ਦੇਣਾ ਪੈਂਦਾ, ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ, ਡਰ ਨਹੀਂ। ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਦੇ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ, ਸ਼ਹਿਰਾਂ ਦੇ ਵਿੱਚ ਖੌਫ ਵੱਧਦਾ ਜਾ ਰਿਹਾ ਹੈ। ਜੰਗਲਾਂ ਦੇ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ,
ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ। 4 ਪੈਰਾਂ ਵਾਲੇ ਚੌਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ। 2 ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ। ਤੇ ਅਜੋਕੇ ਯੁੱਗ ਵਿੱਚ 4 ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ, 2 ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ। ਪ੍ਰਾਚੀਨ ਸਮੇਂ ਵਿੱਚ ਚੌਪਾਇਆਂ ਦਾ ਖਤਰਾ ਸੀ, ਔਰ ਉਹਨਾਂ ਤੋਂ ਬਚਾਓ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਣੇ ਪੈਂਦੇ ਸਨ। ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ, ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ, ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ, ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ 2 ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਅਤ ਕਰੀਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉਸ ਸ਼ਹਿਰ ਵਿੱਚ ਖੌਫ ਨਹੀਂ ਹੈ, ਡਰ ਨਹੀਂ ਹੈ, ਨਾ ਕੋਈ ਡਰਾਂਦਾ ਹੈ ਨਾ ਕੋਈ ਡਰਦਾ ਹੈ। ਦਰਅਸਲ ਇਹੀ ਬ੍ਰਹਮ ਗਿਆਨੀ ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਡਰਾਣਾ ਦੁਸ਼ਟਪਣਾ ਹੈ, ਡਰਨਾ ਕਾਇਰਤਾ ਹੈ, ਬੁਜ਼ਦਿਲੀ ਹੈ। ਬੁਜ਼ਦਿਲ ਵੀ ਪ੍ਰਮਾਤਮਾ ਤੋਂ ਦੂਰ ਹੈ, ਪਰ ਜ਼ਾਲਮ ਵੀ ਪ੍ਰਮਾਤਮਾ ਤੋਂ ਦੂਰ ਹੈ। ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਣਾ। ਇਸ ਤੋਂ ਭਗਤ ਉੱਚਾ ਜੀਵਦਾ ਹੈ। ਤੋ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਖੌਫ ਨਹੀਂ ਹੈ, ਖਤਾ ਉੱਥੇ ਧੋਖੇ ਵੀ ਨਹੀਂ ਨੇ, ਉੱਥੇ ਛਲ ਨਹੀਂ ਹੈ, ਉੱਥੇ ਕਪਟ ਨਹੀਂ ਹੈ। ਜਿਸ ਦੁਨੀਆ ਦਾ ਮੈਂ ਵਾਸੀ ਹਾਂ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਧੋਖਾ ਨਹੀਂ ਹੈ। ਧੋਖਾ ਦੇਣਾ, ਧੋਖਾ ਖਾਣਾ, ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ, ਇਹਨਾਂ ਦੋਹਾਂ ਤੋਂ ਉੱਚਾ ਜੀਵਨ ਹੈ। ਤੇ ਜ਼ਵਾਲ ਕਹਿੰਦੇ ਨੇ ਢਹਿੰਦੀ ਕਲਾ ਨੂੰ, ਪਸਤੀ ਨੂੰ। ਉਨ ਤੇ ਆਲਮਾਂ ਦਾ ਕਹਿਣਾ ਹੈ, ਹਰ ਕਮਾਲੇ ਰਾਹ ਜ਼ਵਾਲ। ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ, ਕੋਈ ਐਸਾ ਚੜ੍ਹਨਾ ਨਹੀਂ ਜੋ ਢਹਿੰਦੀ ਕਲਾ ਦੀ ਨਹੀਂ ਤਰਫ ਨਹੀਂ ਜਾਂਦਾ। ਊਚੰਗ ਤਾਂ ਨੀਚੰਗ ਨਾਨਾ ਸੋ ਮੂਚੰਗ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਊਚਾ ਚੜੇ ਸੋ ਜਾਏ ਭਿਆਲਾ। ਜੋ ਉੱਪਰ ਜਾ ਰਿਹਾ ਹੈ ਆਖਿਰ ਥੱਲੇ ਆਏਗਾ, ਜੋ ਉੱਚਾ ਉੱਠ ਰਿਹਾ ਹੈ ਆਖਿਰ ਥੱਲੇ ਆਏਗਾ। ਬੱਚਾ ਵਧ ਰਿਹਾ ਹੈ, ਵਧ ਰਿਹਾ ਹੈ, ਤਾਕਤ ਵਧ ਰਹੀ ਹੈ, ਸੁੰਦਰਤਾ ਵਧ ਰਹੀ ਹੈ, ਸ਼ਕਤੀ ਵਧ ਰਹੀ ਹੈ। ਅੱਜ ਬੁੱਢਾ ਹੋ ਗਿਆ, ਹੁਣ ਘਟਣਾ ਘਟਣਾ ਘਟ ਜਾਏਗਾ। ਹੁਣ ਢਹਿੰਦੀ ਕਲਾ, ਹੁਣ ਜ਼ਵਾਲ। ਸਰੀਰ ਜ਼ਵਾਲ ਦੀ ਤਰਫ ਜਾਂਦੇ ਨੇ, ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ, ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ। ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰਤਰਸ ਖੰਡਨ ਘਟੰਤ ਲਲਨਾ ਭਰਾਤ ਮੋਹਿਤੰ। ਆਖਿਰ ਇਸਤਰੀ ਦਾ ਮੋਹ, ਭਰਾਵਾਂ ਦਾ ਮੋਹ ਵੀ ਇੱਕ ਸਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਪੁੱਤਰਾਂ ਦਾ ਮੋਹ ਵੀ ਇੱਕ ਸਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ, ਚੰਦਰਮਾ ਵੀ ਘਟਦਾ ਹੈ, ਪਹਾੜ ਵੀ ਘਟਦੇ ਨੇ, ਜ਼ਮੀਨ ਵੀ ਘਟਦੇ ਨੇ। ਤੇ ਜੋ ਘਟਦਾ ਹੈ ਆਖਿਰ ਮਿਟਦਾ ਹੈ, ਜੋ ਵੱਧਦਾ ਹੈ ਉਹ ਘਟਦਾ ਹੈ, ਜੋ ਘਟਦਾ ਹੈ ਉਹ ਮਿਟਦਾ ਹੈ। ਇਹ ਨਿਯਮ ਸਭ ਤੇ ਲਾਗੂ ਹੈ, ਇੱਕ ਤੇ ਨਹੀਂ ਲਾਗੂ। ਉਹ ਪ੍ਰਮਾਤਮਾ ਜਾਂ ਜੋ ਪ੍ਰਮਾਤਮਾ ਨਾਲ ਜੁੜ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਈਸ਼ਵਰ ਦੇ ਚ, ਅਕਾਲ ਪੁਰਖ ਦੇ ਚ ਨਾ ਘਟਣਾ ਹੈ ਨਾ ਵਧਣਾ ਹੈ। ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ, ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ, ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਵਧਣਾ, ਘਟਣਾ, ਮਿਟਣਾ, ਇਹ ਨਿਯਮ ਹਰ ਇੱਕ ਤੇ ਲਾਗੂ ਹੈ, ਹਰ ਵਸਤੂ ਤੇ, ਹਰ ਜੀਵ ਤੇ, ਹਰ ਆਕਾਰ ਤੇ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ। ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ। ਅਮਿਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ। ਅਮਿਟ ਸੰਸਾਰ, ਅਮਿਟ ਆਨੰਦ, ਅਮਿਟ ਸੁਖ, ਜੋ ਨੇਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਅਬ ਮੈਂ ਖੂਬ ਵਤਨ ਗਹਿ ਪਾਈ, ਊਆ ਖੈਰ ਸਦਾ ਮੇਰੇ ਭਾਈ। ਉਸ ਸ਼ਹਿਰ ਦੇ ਚ ਸਦੀਵੀ ਖੈਰ ਬਣਿਆ ਹੋਇਆ ਹੈ, ਸਦਾ ਹੀ ਖੈਰ,
ਸਦਾ ਹੀ ਚੜ੍ਹਦੀਆਂ ਕਲਾਂ, ਕਦੀ ਮਾੜੀ ਖਬਰ ਨਹੀਂ ਆਉਂਦੀ। ਜ਼ਮੀਨ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ, ਕੋਈ ਐਸਾ ਸ਼ਹਿਰ ਨਹੀਂ, ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਨਾ ਮਿਲਣ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ, ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ। ਨਾ ਤਸਵੀਸ ਖਿਰਾਜ ਨਾ ਮਾਲ, खौफ न खता न तरस जवाल, अब मैं खूब वतन गह पाई, उवा खैर सदा मेरे भाई। हे मेरे भरा, उत्थे सदैवी खैर है, उत्थे सदैवी आनंद है। मैं उस शहर दा वासी, मैं उस नगरी दा वासी, और उस नगरी दे वासी ही सारे लोग तुसी बनो। हकीकत है बैरूनी दुनिया दे जिस मुल्क दे सुख ज्यादा होवे, वो मुल्क बाकी लोगों ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ। ਦੁਖੀ ਲਈ, ਕਮਜ਼ੋਰ ਲਈ, ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ।